ਹੈਲੋ ਸਟੂਡੈਂਟਸ। तो ਅੱਜ ਅਸੀਂ ਕਰਾਂਗੇ ਨੈਕਸਟ ਟੌਪਿਕ ਦੈਟ ਇਜ਼ ਦਾ ਸਪੀਡ ਐਂਡ ਵੈਲੋਸਿਟੀ। ਸਪੀਡ ਐਂਡ ਵੈਲੋਸਿਟੀ ਕੀ ਚੀਜ਼ਾਂ ਵਾ ਇਹ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ। ਸਭ ਤੋਂ ਪਹਿਲੇ ਅਸੀਂ ਸਪੀਡ ਬਾਰੇ ਜਾਣਦੇ ਹਾਂ, ਠੀਕ ਹੈ ਜੀ। ਸਪੀਡ ਨੂੰ ਅਸੀਂ ਪੰਜਾਬੀ 'ਚ ਕੀ ਕਹਿੰਦੇ ਹਾਂ? ਗਤੀ। ਦ ਸਪੀਡ ਆਫ ਦੀ ਬੋਡੀ ਇਜ਼ ਦ ਰੇਟ ਆਫ ਚੇਂਜ ਆਫ ਡਿਸਟੈਂਸ ਵਿਦ ਟਾਈਮ। ਬੋਡੀ ਆਪਣੀ ਡਿਸਟੈਂਸ ਕਿਸ ਹਿਸਾਬ ਨਾਲ, ਟਾਈਮ ਦੇ ਹਿਸਾਬ ਨਾਲ ਚੇਂਜ ਕਰਦੀ ਪਈ ਹੈ। ਸਿੰਪਲੀ ਆਪਾਂ ਸਪੀਡ ਨੂੰ ਕਹਿੰਦੇ ਹਾਂ ਡਿਸਟੈਂਸ ਅਪੋਨ ਟਾਈਮ ਕਹਿੰਦੇ ਹਾਂ। ਨੂਮੈਰੀਕਲੀ ਇਟ ਇਜ਼ ਦਾ ਡਿਸਟੈਂਸ ਟਰੈਵਲ ਬਾਈ ਬੋਡੀ ਇਨ 1 ਸੈਕਿੰਡ। ਮਤਲਬ 1 ਸਕਿੰਟ 'ਚ ਬੋਡੀ ਕਿੰਨਾ ਟਰੈਵਲ ਕੀਤੀ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ? ਉਹਦੀ ਸਪੀਡ ਬੋਲਦੇ ਹਾਂ। ਇਹ ਇੱਕ ਸਕੇਲਰ ਕੁਆਂਟਿਟੀ ਆ। ਇਹਦਾ ਫਾਰਮੂਲਾ ਕੀ ਆ? ਡਿਸਟੈਂਸ ਬਟਾ ਟਾਈਮ। ਅਤੇ ਇਹਦੇ ਉਹਨੇ ਸਿੰਬਲ ਨੂੰ ਨਾ ਵੀ ਲਿਖਤਾ। ਇਹ ਨਾਲ ਕਨਫਿਊਜ਼ ਨਹੀਂ ਹੋਣਾ। ਵੀ ਲਿਖਤਾ ਇਹਦੇ ਸਿੰਬਲ ਨੂੰ। ਤੁਸੀਂ ਐਸ ਵੀ ਲਿਖ ਸਕਦੇ, ਡਿਸਟੈਂਸ ਨੂੰ ਡੀ ਲਿਖ ਸਕਦੇ ਹੋ, ਆਪਣਾ ਮਰਜ਼ੀ ਹੈ, ਉਹ ਕੋਈ ਏਡਾ ਚੱਕਰ ਨਹੀਂ। ਸੋ ਸਪੀਡ ਇਜ਼ ਇਕੁਅਲ ਟੂ ਦੀ ਡਿਸਟੈਂਸ ਅਪੋਨ ਟਾਈਮ। ਯੂਨਿਟ ਆਫ ਸਪੀਡ ਕੀ ਬਣਨਗੇ? ਡਿਸਟੈਂਸ ਦੇ ਯੂਨਿਟ ਕੀ ਹੁੰਦੇ ਆ? ਮੀਟਰ। ਅਤੇ ਟਾਈਮ ਦੇ ਯੂਨਿਟ ਸੈਕਿੰਡ। ਸੋ ਇਹਦੇ ਯੂਨਿਟ ਕੀ ਬਣ ਗਏ? ਮੀਟਰ ਪਰ ਸੈਕਿੰਡ। ਜਾਂ ਫਿਰ ਇਹਦੇ ਯੂਨਿਟ ਕੀ ਬਣ ਸਕਦੇ ਆ? CGS ਦੇ ਵਿੱਚ ਕੀ ਬਣ ਸਕਦੇ? CGS 'ਚ ਲੈਂਥ ਨੂੰ ਕੀ 'ਚ ਮੈਜ਼ਰ ਕਰਨਾ ਹੁੰਦਾ ਵਾ ਅਸੀਂ? ਸੈਂਟੀਮੀਟਰ 'ਚ। ਸੋ ਸੈਂਟੀਮੀਟਰ ਪਰ ਸੈਕਿੰਡ ਇਹਦੇ CGS 'ਚ ਬਣ ਜਾਣਗੇ। ਨੈਕਸਟ ਹੈਗਾ ਜੀ ਟੌਪਿਕ ਸਾਡਾ ਯੂਨੀਫਾਰਮ ਸਪੀਡ। ਯੂਨੀਫਾਰਮ ਵਰਡ ਦਾ ਮਤਲਬ ਕੀ ਹੁੰਦਾ? ਜਦੋਂ ਬੋਡੀ ਦੀ ਸਪੀਡ ਇੱਕੋ ਜਿਹੀ ਰਹੇ। ਕਹਿਣ ਦਾ ਮਤਲਬ ਇਕੁਅਲ ਡਿਸਟੈਂਸ ਕਵਰ ਕਰੇ ਇਨ ਇਕੁਅਲ ਟਾਈਮ ਇੰਟਰਵਲਸ। ਇਹ ਬੋਡੀ ਇਜ਼ ਸੈਟ ਟੂ ਬੀ ਮੂਵਿੰਗ ਵਿਦ ਯੂਨੀਫਾਰਮ ਸਪੀਡ ਇਫ ਇਟ ਕਵਰਸ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ ਥਰੂ ਆਊਟ ਇਟਸ ਮੋਸ਼ਨ। ਆਪਣੇ ਮੋਸ਼ਨ ਦੇ ਦੌਰਾਨ ਜੇਕਰ ਬੋਡੀ ਇੱਕੋ ਜਿਹੀ ਡਿਸਟੈਂਸ ਹਰੇਕ ਇਕੁਅਲ ਟਾਈਮ ਇੰਟਰਵਲ 'ਚ ਕਰਦੀ ਪਈ ਹੈ, ਜਿੱਦਾਂ ਪਹਿਲੇ 10 ਸਕਿੰਟਾਂ 'ਚ 50 ਮੀਟਰ ਗਈ, ਅਗਲੇ 10 ਸਕਿੰਟਾਂ 'ਚ ਵੀ 50 ਮੀਟਰ ਗਈ, ਅਗਲੇ 10 ਸਕਿੰਟਾਂ 'ਚ ਵੀ 50 ਮੀਟਰ ਹੀ ਗਈ, ਫਿਰ ਉਹਦੀ ਸਪੀਡ ਕੀ ਰਹੂਗੀ? ਕੌਨਸਟੈਂਟ ਰਹੂਗੀ ਨਾ। ਉਹਨੂੰ ਕੀ ਬੋਲਦੇ ਆ? ਯੂਨੀਫਾਰਮ ਸਪੀਡ ਬੋਲਦੇ ਆ। ਦੇ ਐਗਜ਼ਾਮਪਲ ਦਾ ਮੋਸ਼ਨ ਆਫ ਦੀ ਬਾਲ ਔਨ ਏ ਫ੍ਰਿਕਸ਼ਨਲੈਸ ਪਲੇਨ ਸਰਫੇਸ ਇਜ਼ ਯੂਨੀਫਾਰਮ ਸਪੀਡ। ਕਹਿੰਦਾ ਕਿਸੇ ਬੋਲ ਦਾ ਮੋਸ਼ਨ ਔਨ ਏ ਫ੍ਰਿਕਸ਼ਨਲੈਸ ਸਰਫੇਸ, ਜਿੱਥੇ ਉਹਦੀ ਵੈਲੋਸਿਟੀ ਘਟਦੀ ਜਾਂ ਵੱਧਦੀ ਨਹੀਂ ਪਈ, ਜਿੱਥੇ ਉਹਦੀ ਸਪੀਡ ਘਟਦੀ ਜਾਂ ਵੱਧਦੀ ਨਹੀਂ ਪਈ, ਉਹਨੂੰ ਕੀ ਬੋਲਦੇ ਅਸੀਂ? ਯੂਨੀਫਾਰਮ ਸਪੀਡ। ਠੀਕ ਹੈ ਜੀ। ਸੋ ਦੈਨ ਨੈਕਸਟ ਇਹਦੇ ਵਿੱਚ ਹੈਗਾ ਵਾ ਨੋਨ ਯੂਨੀਫਾਰਮ ਸਪੀਡ। ਜੇਕਰ ਯੂਨੀਫਾਰਮ ਸਪੀਡ ਹੋਵੇ ਨਾ, ਫਿਰ ਫਾਰਮੂਲਾ ਡਿਸਟੈਂਸ ਦਾ ਕੀ ਬਣ ਜਾਂਦਾ? V/T। V ਕਿਹਦੇ ਇਕੁਅਲ ਸੀ? S/T। ਇੱਥੇ ਕਨਫਿਊਜ਼ ਨਾ ਹੋਇਆ। S ਹੈਗੀ ਡਿਸਟੈਂਸ, T ਹੈਗਾ ਟਾਈਮ, ਅਤੇ V ਹੈਗੀ ਸਪੀਡ। ਅਤੇ S ਕਿਹਦੇ ਇਕੁਅਲ ਬਣ ਜੂਗੀ? V/T। ਦੈਨ ਨੈਕਸਟ ਹੈਗਾ ਇੱਥੇ ਨੋਨ ਯੂਨੀਫਾਰਮ ਸਪੀਡ। ਨੋਨ ਯੂਨੀਫਾਰਮ ਸਪੀਡ ਦਾ ਮਤਲਬ ਕੀ ਹੈ? ਜੇ ਬੋਡੀ ਅਨਇਕੁਅਲ ਡਿਸਟੈਂਸਿਸ ਕਰਦੀ ਇਨ ਇਕੁਅਲ ਟਾਈਮ ਇੰਟਰਵਲਸ। ਇਹ ਬੋਡੀ ਇਜ਼ ਸੈਟ ਟੂ ਬੀ ਮੂਵਿੰਗ ਵਿਦ ਨੋਨ ਯੂਨੀਫਾਰਮ ਸਪੀਡ ਇਫ ਇਟ ਕਵਰਸ ਅਨਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ। ਜੇਕਰ ਬੋਡੀ ਅਨਇਕੁਅਲ ਡਿਸਟੈਂਸ ਕਰ ਰਹੀ ਹੈ ਇਕੁਅਲ ਇੰਟਰਵਲਸ ਆਫ ਟਾਈਮ ਦੇ ਵਿੱਚ, ਦੈਨ ਉਹਨੂੰ ਕੀ ਬੋਲਾਂਗੇ? ਨੋਨ ਯੂਨੀਫਾਰਮ ਸਪੀਡ ਬੋਲਾਂਗੇ। ਐਗਜ਼ਾਮਪਲ ਮੋਸ਼ਨ ਆਫ ਏ ਬੋਲ ਔਨ ਏ ਰਫ ਸਰਫੇਸ। ਰਫ ਮਤਲਬ ਫ੍ਰਿਕਸ਼ਨ ਵਾਲੀ ਸਰਫੇਸ। ਦ ਮੋਸ਼ਨ ਆਫ ਏ ਕਾਰ ਇਨ ਏ ਕਰਾਊਡਡ ਸਟਰੀਟ ਦੇ ਵਿੱਚ, ਮੋਸ਼ਨ ਆਫ ਵਹੀਕਲ ਲੀਵਿੰਗ ਔਰ ਅਪਰੋਚਿੰਗ ਡੈਸਟੀਨੇਸ਼ਨ ਆਰ ਵਿਦ ਦੀ ਨੋਨ ਯੂਨੀਫਾਰਮ ਸਪੀਡ। ਜਿੱਦਾਂ ਮੋਸ਼ਨ ਆਫ ਕਿਸੇ ਬੋਡੀ ਦਾ ਜਿਹੜਾ ਮੋਸ਼ਨ ਆ ਉਹ ਨੋਨ ਯੂਨੀਫਾਰਮ ਸਪੀਡ ਹੁੰਦਾ। ਕਦੋਂ? ਜਿੱਦਾਂ ਉਹ ਕਦੀ ਰੁਕ ਗਈ, ਕਦੀ ਹੌਲੀ ਹੋ ਗਈ, ਕਦੀ ਤੇਜ਼ ਹੋ ਗਈ, ਉਹਨੂੰ ਕੀ ਬੋਲਦੇ? ਨੋਨ ਯੂਨੀਫਾਰਮ ਸਪੀਡ। ਉਸ ਬੋਡੀ ਦੇ ਮੋਸ਼ਨ ਨੂੰ ਅਸੀਂ ਕੀ ਬੋਲਦੇ ਹਾਂ? ਨੋਨ ਯੂਨੀਫਾਰਮ ਸਪੀਡ। ਜੇ ਬੋਡੀ ਦੀ ਸਪੀਡ ਚੇਂਜ ਹੁੰਦੀ ਪਈ ਨਾ, ਉਹਨੂੰ ਨੋਨ ਯੂਨੀਫਾਰਮ ਸਪੀਡ ਹੀ ਬੋਲਾਂਗੇ। ਫਿਰ ਉਹ ਅਨਇਕੁਅਲ ਡਿਸਟੈਂਸ ਕਰੂਗੀ ਇਨ ਇਕੁਅਲ ਟਾਈਮ ਇੰਟਰਵਲਸ ਦੇ ਵਿੱਚ। ਦੈਨ ਹੈਗਾ ਸਾਡੇ ਕੋਲ ਇੰਸਟੈਂਟੇਨੀਅਸ ਸਪੀਡ। ਜਦੋਂ ਨਾ ਬੋਡੀ ਦੀ ਦਾ ਨੋਨ ਯੂਨੀਫਾਰਮ ਸਪੀਡ ਹੋਵੇ, ਫਿਰ ਅਸੀਂ ਇੰਸਟੈਂਟੇਨੀਅਸ ਸਪੀਡ ਜਾਂ ਐਵਰੇਜ ਸਪੀਡ, ਦੋ ਚੀਜ਼ਾਂ ਹੀ ਵਰਤਦੇ ਹਾਂ, ਇੰਸਟੈਂਟੇਨੀਅਸ ਜਾਂ ਐਵਰੇਜ। ਇੰਸਟੈਂਟੇਨੀਅਸ ਦਾ ਮਤਲਬ ਕੀ ਹੁੰਦਾ? ਕਿਸੇ ਪਰਟੀਕੂਲਰ ਇੰਸਟੈਂਟ ਆਫ ਟਾਈਮ 'ਤੇ। ਇੰਸਟੈਂਟੇਨੀਅਸ ਸਪੀਡ ਦਾ ਮਤਲਬ ਕੀ ਹੈ? ਕਿਸੇ ਪਰਟੀਕੂਲਰ ਇੰਸਟੈਂਟ ਆਫ ਟਾਈਮ 'ਤੇ। ਵੈਨ ਦਾ ਸਪੀਡ ਆਫ ਬੋਡੀ ਕੀਪਸ ਔਨ ਚੇਂਜਿੰਗ ਇਟਸ ਸਪੀਡ ਐਟ ਐਨੀ ਇੰਸਟੈਂਟ ਇਜ਼ ਮੇਜਰਡ by finding the ratio of the distance travelled in very short time interval to the time interval। ਇੱਕ ਛੋਟੇ ਜਿਹੇ ਟਾਈਮ ਇੰਟਰਵਲ 'ਚ ਬੋਡੀ ਨੇ ਕਿੰਨੀ ਡਿਸਟੈਂਸ ਕਵਰ ਕੀਤੀ ਆ। ਇੱਕ ਛੋਟੇ ਸਮੋਲ ਟਾਈਮ ਇੰਟਰਵਲ 'ਚ ਬੋਡੀ ਨੇ ਕਿੰਨੀ ਡਿਸਟੈਂਸ ਕਵਰ ਕੀਤੀ ਆ। ਮਤਲਬ ਇੱਕ ਪਰਟੀਕੂਲਰ ਇੰਸਟੈਂਟ ਆ ਟਾਈਮ ਦਾ। ਜਿੱਦਾਂ ਮੰਨ ਲਓ ਬੋਡੀ 0 ਸੈਕਿੰਡ 'ਤੇ ਤੁਰੀ, ਉਹਨੇ ਮਤਲਬ 5 ਸਕਿੰਟਾਂ ਬਾਅਦ ਆਪਣੀ ਵੈਲੋਸਿਟੀ ਸਪੀਡ ਚੇਂਜ ਕਰਕੇ ਕਿਸੇ ਹੋਰ ਵੈਲਿਊ 'ਤੇ ਲਿਆਈ, ਅਤੇ ਉਹਦੀ ਆਪਾਂ ਇੰਸਟੈਂਟੇਨੀਅਸ ਸਪੀਡ ਕੱਢਣੀ। ਉਹਦੀ 5 ਸੈਕਿੰਡ 'ਤੇ, 6 ਸੈਕਿੰਡ 'ਤੇ, 7 ਸੈਕਿੰਡ 'ਤੇ ਕਿੰਨੀ ਸਪੀਡ ਆ, ਉਹ ਕਿੱਦਾਂ ਕੱਢਾਂਗੇ? ਵੈਰੀ ਸ਼ੋਰਟ ਟਾਈਮ ਇੰਟਰਵਲ ਲਵਾਂਗੇ, ਉਹਦੇ ਵਿੱਚ ਉਹਨੇ ਕਿੰਨੀ ਡਿਸਟੈਂਸ ਤੈਅ ਕੀਤੀ ਉਹ, ਅਤੇ ਉਹਨਾਂ ਦੋਨਾਂ ਦੀ ਕੀ ਪਤਾ ਕਰਾਂਗੇ? ਰੇਸ਼ੋ ਪਤਾ ਕਰਾਂਗੇ। ਠੀਕ ਹੈ ਜੀ। ਸੋ ਇਜ਼ ਦਾ ਰੇਸ਼ੋ ਆਫ ਡਿਸਟੈਂਸ ਟਰੈਵਲ ਇਨ ਵੈਰੀ ਸ਼ੋਰਟ ਟਾਈਮ ਇੰਟਰਵਲ ਟੂ ਦੀ ਟਾਈਮ ਇੰਟਰਵਲ ਦਾ ਸਪੀਡ ਇਜ਼ ਕਾਲਡ ਇੰਸਟੈਂਟੇਨੀਅਸ ਸਪੀਡ। ਸੋ ਇੰਸਟੈਂਟੇਨੀਅਸ ਸਪੀਡ ਕੀ ਹੁੰਦੀ? ਕਿਸੇ ਪਰਟੀਕੂਲਰ ਇੰਸਟੈਂਟ ਆਫ ਟਾਈਮ 'ਤੇ ਡਿਸਟੈਂਸ ਟਰੈਵਲ ਇਨ ਸ਼ੋਰਟ ਟਾਈਮ ਇੰਟਰਵਲ ਡਿਵਾਈਡਡ ਬਾਏ time interval। distance travelled in short time interval divided by time interval represents the instantaneous speed। ਜਿਹੜਾ ਸਪੀਡੋਮੀਟਰ ਲੱਗਾ ਹੁੰਦਾ ਨਾ ਸਾਡੀ ਬਾਈਕ 'ਤੇ, ਸਾਡੇ ਵਹੀਕਲ 'ਤੇ, ਉਹ ਕੀ ਮੇਜ਼ਰ ਕਰਦਾ? ਇੰਸਟੈਂਟੇਨੀਅਸ ਸਪੀਡ ਮੇਜ਼ਰ ਕਰਦਾ। ਉਹ ਕਦੀ ਜਿੱਦਾਂ ਚੇਂਜ ਹੋ ਜਾਂਦਾ ਨਾ ਜਨਰਲੀ, ਵੀ ਜਿੱਦਾਂ ਆਪਾਂ ਸਪੀਡ ਵਧਾਵਾਂਗੇ ਉਹਦਾ ਚੇਂਜ ਹੁੰਦੀ ਰਹਿੰਦੀ ਵੈਲਿਊ। ਉਹ ਕੀ ਹੁੰਦੀ? ਪਰਟੀਕੂਲਰ ਇੰਸਟੈਂਟ 'ਤੇ ਦੱਸਦਾ ਹੁੰਦਾ। ਪਰਟੀਕੂਲਰ ਇੰਸਟੈਂਟ 'ਤੇ ਉਹ ਸਪੀਡ ਦੱਸਦਾ ਹੁੰਦਾ। ਠੀਕ ਹੈ। ਉਹ ਕੀ ਕਰਦਾ? ਵੈਰੀ ਸ਼ੋਰਟ ਟਾਈਮ ਇੰਟਰਵਲ 'ਚ ਕਿੰਨੀ ਡਿਸਟੈਂਸ ਟਰੈਵਲ ਕੀਤੀ ਡਿਵਾਈਡਡ ਬਾਈ ਦੈਟ ਟਾਈਮ ਇੰਟਰਵਲ। ਠੀਕ ਹੈ ਜੀ। ਦੈਨ ਨੈਕਸਟ ਇਜ਼ ਦਾ ਐਵਰੇਜ ਸਪੀਡ। ਐਵਰੇਜ ਸਪੀਡ ਕੀ ਹੈ? ਵੀ ਐਵਰੇਜ ਹੁੰਦੀ ਮੀਨ। ਵੀ ਜਿੱਦਾਂ ਬੋਡੀ ਇੱਥੋਂ ਗਈ, ਪਹਿਲੇ ਉਹ ਸਾਈਕਲ 'ਤੇ ਗਿਆ ਅੱਧਾ ਰਸਤਾ, ਫਿਰ ਅੱਧਾ ਰਸਤਾ ਬਾਈਕ 'ਤੇ ਗਿਆ, ਅੱਧਾ ਰਸਤਾ ਕਾਰ 'ਤੇ ਗਿਆ,
ਉਹ ਟੋਟਲ ਡਿਸਟੈਂਸ ਕਿੰਨੀ ਹੈ s ਬਟਾ ਟੋਟਲ ਟਾਈਮ ਕਿੰਨਾ ਹੈ t, s ਬਟਾ t ਨੂੰ ਕੀ ਬੋਲਾਂਗੇ ਟੋਟਲ ਡਿਸਟੈਂਸ ਟਰੈਵਲਡ ਬਟਾ ਟੋਟਲ ਟਾਈਮ ਟੇਕਨ ਇਜ਼ ਕਾਲਡ ਐਵਰੇਜ ਸਪੀਡ। ਐਵਰੇਜ ਕੀ ਹੁੰਦਾ ਸਾਰੀਆਂ ਸਪੀਡਸ ਦੀ ਐਵਰੇਜ, ਠੀਕ ਹੈ ਜੀ। ਸੋ ਐਵਰੇਜ ਸਪੀਡ ਨੂੰ ਕੈਲਕੂਲੇਟ ਅਸੀਂ ਕਿੱਦਾਂ ਕਰਦੇ ਹਾਂ, ਦਾ ਰੇਸ਼ੋ ਆਫ ਦੀ ਟੋਟਲ ਡਿਸਟੈਂਸ ਟਰੈਵਲ ਬਾਈ ਬੋਡੀ ਟੂ ਦੀ ਟੋਟਲ ਟਾਈਮ ਆਫ ਦੀ ਜਰਨੀ ਕਾਲਡ ਇਟਸ ਐਵਰੇਜ ਸਪੀਡ, ਠੀਕ ਹੈ ਜੀ। In case of body moving with uniform speed, the instantaneous speed and average speed are equal ਤੇ ਦੋਨੇ ਕੀ ਦੇ ਇਕੁਅਲ ਹੁੰਦੀਆਂ ਯੂਨੀਫਾਰਮ ਸਪੀਡ ਦੇ। ਜੇਕਰ ਬੋਡੀ ਇੱਕੋ ਜਿਹੀ ਸਪੀਡ ਨਾਲ ਚੱਲ ਰਹੀ ਹੈ, ਯੂਨੀਫਾਰਮ ਸਪੀਡ ਨਾਲ ਚੱਲ ਰਹੀ ਹੈ, ਫਿਰ ਉਹਦੀ ਜਿਹੜੀ ਇੰਸਟੈਂਟੇਨੀਅਸ ਸਪੀਡ ਤੇ ਐਵਰੇਜ ਸਪੀਡ ਕੀ ਹੁੰਦੀਆਂ ਸੇਮ ਹੀ ਹੁੰਦੀਆਂ। ਜੇਕਰ ਬੋਡੀ ਦੀ ਨੋਨ ਯੂਨੀਫਾਰਮ ਸਪੀਡ ਆ, ਮਤਲਬ ਸਪੀਡ ਚੇਂਜ ਹੁੰਦੀ ਪਈ ਹੈ, ਕਦੀ ਵੱਧਦੀ ਪਈ ਕਦੀ ਘਟਦੀ ਪਈ, ਫਿਰ ਸਾਡੇ ਕਿਹੜੀ ਸਪੀਡ ਕੰਮ ਹੁੰਦੀ ਹੈ ਇੰਸਟੈਂਟੇਨੀਅਸ ਸਪੀਡ ਤੇ ਐਵਰੇਜ ਸਪੀਡ। ਫਿਰ ਸਾਡੇ ਆ ਦੋ ਸਪੀਡਸ ਕੰਮ ਆਉਂਦੀਆਂ ਨੇ। ਨਹੀਂ ਤਾਂ ਜੇ ਯੂਨੀਫਾਰਮ ਮੋਸ਼ਨ ਹੈ ਫਿਰ ਤਾਂ ਉਹਦੀ ਯੂਨੀਫਾਰਮ ਸਪੀਡ, ਐਵਰੇਜ ਸਪੀਡ ਤੇ ਇੰਸਟੈਂਟੇਨੀਅਸ ਸਪੀਡ ਤਿੰਨੇ ਕੀ ਹੁੰਦੀਆਂ ਸੇਮ ਹੁੰਦੀਆਂ, ਕਿਉਂਕਿ ਉਹਦੀ ਸਪੀਡ ਕੀ ਰਹਿੰਦੀ ਬੋਡੀ ਦੀ ਕੌਨਸਟੈਂਟ ਰਹਿੰਦੀ ਹੈ। ਦੈਨ ਨੈਕਸਟ ਆ ਜਾਂਦੀ ਹੈ ਵੈਲੋਸਿਟੀ। ਵੈਲੋਸਿਟੀ ਕੀ ਚੀਜ਼ ਆ ਵੀ, ਵੈਲੋਸਿਟੀ ਆਫ ਦੀ ਬੋਡੀ ਇਜ਼ ਦਾ ਡਿਸਟੈਂਸ ਟਰੈਵਲਡ ਪਰ ਸੈਕਿੰਡ ਬਾਈ ਬੋਡੀ ਇਨ ਸਪੈਸੀਫਾਈਡ ਜਾਂ ਪਰਟੀਕੂਲਰ ਡਾਇਰੈਕਸ਼ਨ। ਸੋ ਪਰਟੀਕੂਲਰ ਡਾਇਰੈਕਸ਼ਨ ਆ ਗਈ, ਇਹਦਾ ਮਤਲਬ ਕੀ ਹੈ ਇਟ ਇਜ਼ ਦਾ ਰੇਸ਼ੋ ਆਫ ਡਿਸਪਲੇਸਮੈਂਟ ਬਾਈ ਟਾਈਮ। ਵੈਲੋਸਿਟੀ ਕੀ ਆ, ਇਟ ਇਜ਼ ਦਾ ਰੇਟ ਐਟ ਵਿਚ ਇਟ ਇਜ਼ ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ। ਇਹਦੀ ਹੋਰ ਇੱਕ ਡੈਫੀਨੇਸ਼ਨ ਇੱਥੇ ਨੋਟ ਕਰ ਲਓ, ਇਟ ਇਜ਼ ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ। ਇਟ ਇਜ਼ ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ ਮੀਨਸ ਡਿਸਪਲੇਸਮੈਂਟ ਬਟਾ ਟਾਈਮ ਨੂੰ ਕੀ ਬੋਲਦੇ ਆ ਵੈਲੋਸਿਟੀ ਬੋਲਦੇ ਆ, ਠੀਕ ਹੈ ਜੀ। ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਆਫ ਬੋਡੀ ਵਿਦ ਟਾਈਮ ਇਜ਼ ਕਾਲਡ ਦਾ ਵੈਲੋਸਿਟੀ। ਇਟ ਇਜ਼ ਨੂਮੈਰੀਕਲ ਇਕੁਅਲ ਟੂ ਡਿਸਪਲੇਸਮੈਂਟ ਆਫ ਬੋਡੀ ਇਨ 1 ਸੈਕਿੰਡ, ਜਾਂ ਫਿਰ ਆਪਾਂ ਇਹ ਵੀ ਬੋਲ ਸਕਦੇ ਹਾਂ ਵੈਲੋਸਿਟੀ ਆਫ ਦੀ ਬੋਡੀ ਇਜ਼ ਦਾ ਡਿਸਟੈਂਸ ਟਰੈਵਲ ਪਰ ਸੈਕਿੰਡ ਬਾਈ ਦੀ ਬੋਡੀ ਇਨ ਏ ਸਪੈਸੀਫਾਈਡ ਡਾਇਰੈਕਸ਼ਨ, ਇਨ ਏ ਪਰਟੀਕੂਲਰ ਡਾਇਰੈਕਸ਼ਨ। ਜਿੱਥੇ ਡਾਇਰੈਕਸ਼ਨ ਦੀ ਗੱਲ ਆ ਗਈ ਉੱਥੇ ਡਿਸਟੈਂਸ ਨਹੀਂ ਯੂਜ਼ ਕਰਨੀ, ਉੱਥੇ ਫਿਰ ਕੀ ਯੂਜ਼ ਕਰਨਾ ਡਿਸਪਲੇਸਮੈਂਟ। So it is a vector quantity, it is represented by u vector or v vector. For velocity both its magnitude and direction must be specified. Two bodies are said to be moving with the same velocity if both of them move with the same speed in the same direction. जेकर same speed ਨਾਲ same ਦਿਸ਼ਾ 'ਚ ਜਾਂਦੇ ਪਏ ਫਿਰ ਹੀ ਉਹਨਾਂ ਦੀ same velocity ਬੋਲਾਂਗੇ। On other hand, if two bodies move with the same speed but in different direction or with different speeds in the same direction, they are said to be moving with different velocity. ਜੇਕਰ ਬੋਡੀ ਦੀ ਸਪੀਡ ਸੇਮ ਆ ਪਰ ਡਾਇਰੈਕਸ਼ਨ ਵੱਖਰੀ ਵੱਖਰੀ ਹੈ ਨਾ ਜਾਣ ਦੀ, ਇੱਕ ਇੱਧਰ ਨੂੰ ਜਾਂਦੀ ਪਈ ਇੱਕ ਇੱਧਰ ਨੂੰ ਜਾਂਦੀ ਪਈ, ਫਿਰ ਉਹਨਾਂ ਦੀ ਅਸੀਂ ਸੇਮ ਵੈਲੋਸਿਟੀ ਨਹੀਂ ਬੋਲਾਂਗੇ। ਜਾਂ ਫਿਰ ਉਹਨਾਂ ਦੀ ਡਾਇਰੈਕਸ਼ਨ ਸੇਮ ਆ ਪਰ ਸਪੀਡ ਵੱਖਰੀਆਂ ਵੱਖਰੀਆਂ ਵਾ, ਫਿਰ ਵੀ ਉਹਦੀ ਅਸੀਂ ਸੇਮ ਵੈਲੋਸਿਟੀ ਨਹੀਂ ਬੋਲਾਂਗੇ। ਸੋ ਵੈਲੋਸਿਟੀ ਇਜ਼ ਰਿਲੇਟਡ ਟੂ ਡਾਇਰੈਕਸ਼ਨ, rate of change of distance with respect to time in a particular direction, that means the rate of change of displacement with respect to time। यूनिट ਇਹਦੇ ਉਹੀ ਆ ਮੀਟਰ ਪਰ ਸੈਕਿੰਡ ਤੇ ਸੈਂਟੀਮੀਟਰ ਪਰ ਸੈਕਿੰਡ, SI 'ਚ ਮੀਟਰ ਪਰ ਸੈਕਿੰਡ, CGS ਸੈਂਟੀਮੀਟਰ ਪਰ ਸੈਕਿੰਡ। यूनिफॉर्म वेलोसिटी का की मतलब बनेगा भी इफ बॉडी ट्रैवल्स इक्वल डिस्टेंसिस इन पर्टिकुलर डायरेक्शन। सिंपल करने लिए ना इनू इक्वल डिस्टेंसिस इन पर्टिकुलर डायरेक्शन की बजाय की लिख लो इक्वल डिस्प्लेसमेंट्स। इफ बॉडी कवर्स इक्वल डिस्प्लेसमेंट्स इन इक्वल इंटरवल्स ऑफ टाइम दैन बॉडी इज सेट टू मूविंग विद यूनिफॉर्म वेलोसिटी। जेकर बॉडी इक्वल डिस्प्लेसमेंट्स करती पई है इन इक्वल टाइम इंटरवल्स दे विच ते ओदी असी की बोलांगे यूनिफॉर्म वेलोसिटी। इफ बॉडी कवर्स इक्वल डिस्प्लेसमेंट्स इन इक्वल टाइम इंटरवल्स दैन बॉडी इज सेट टू मूविंग विद यूनिफॉर्म वेलोसिटी। या फिर इदा भी बोल सकते इफ बॉडी कवर्स ट्रैवल्स इक्वल डिस्टेंसिस इन ए पर्टिकुलर डायरेक्शन, एक डायरेक्शन इन ए पर्टिकुलर डायरेक्शन इन इक्वल इंटरवल्स ऑफ टाइम दैन बॉडी इज सेट टू मूविंग विद द यूनिफॉर्म वेलोसिटी। जेकर ਉਹਦੀ वेलोसिटी कांस्टेंट है। एग्जांपल द रेन ड्रॉप्स रीच ऑन अर्थ सरफेस फॉलिंग विद यूनिफॉर्म वेलोसिटी। जी धरती से रेन ड्रॉप डिगती है ना वो यूनिफॉर्म वेलोसिटी होंगी है। बॉडी वंस स्टार्टड ऑन ए फ्रिक्शनलैस सरफेस मूव्स विद यूनिफॉर्म वेलोसिटी। जे कोई बॉडी फ्रिक्शनलैस सरफेस से मूव करती पई ना वो भी यूनिफॉर्म वेलोसिटी होंगी है। ठीक है जी। सो यूनिफॉर्म वेलोसिटी के फार्मूले में असीं लिख सकते हैं वी वैक्टर इज इक्वल टू दी एस वैक्टर डिस्प्लेसमेंट बटा टाइम, डिस्प्लेसमेंट बटा टाइम, एंड एस वैक्टर इज इक्वल टू दी वी वैक्टर इनटू टाइम। नॉन यूनिफॉर्म वेलोसिटी, नॉन यूनिफॉर्म वेलोसिटी का मतलब क्या है? इफ बॉडी कवर्स अनइक्वल डिस्प्लेसमेंट्स इन इक्वल इंटरवल्स ऑफ टाइम, इफ द बॉडी मूव्स अनइक्वल डिस्टेंसेस इन ए पर्टिकुलर डायरेक्शन इन इक्वल इंटरवल्स ऑफ टाइम। अनइक्वल डिस्टेंसेस इन ए पर्टिकुलर डायरेक्शन का मतलब क्या है? अनइक्वल डिस्प्लेसमेंट्स, अनइक्वल डिस्प्लेसमेंट या फिर अनइक्वल डिस्टेंसेस इन ए पर्टिकुलर डायरेक्शन in equal intervals of time, or it moves equal distances in equal intervals of time but in direction of motion does not remain the same। आ चीज़ देखो भी ध्यान ना, it moves equal distances in equal intervals of time, equal distance करती भी equal interval of time च, but its direction of motion does not remain same। ਉਹਦੀ direction of motion नहीं change same हैगी, ਉਹਦੀ direction of motion change ਹੋਈ ਜਾਂਦੀ ਹੈ। ਉਹਨੂੰ ਅਸੀਂ ਕੀ ਬੋਲਦੇ ਹਾਂ? non uniform velocity motion। ठीक है जी। then the velocity of the body is said to be variable non uniform velocity। ਜਿੱਦਾਂ ਮੰਨ ਲਓ ਕੋਈ ਬੋਡੀ ਨਾ ਸਰਕਲ 'ਚ ਘੁੰਮਦੀ ਪਈ ਹੈ, ਠੀਕ ਹੈ ਜੀ, ਉਹ ਨਾ ਇੱਦਾਂ ਉਹਦੀ ਸਪੀਡ ਸੇਮ ਹੈ,
मतलब इत्थों जाके इत्थों तक जाने नूं जिन्ना टाइम लगा वो भी उन्ना ही है, वो भी टी आ, इत्थों लैके इत्थों तक का टाइम भी टी आ, इत्थों लैके इत्थों तक का भी टाइम टी आ, फिर टी टाइम लगता पाया। दैट मीनस उसकी स्पीड सेम है, बट उसकी डायरैक्शन ऑफ मोशन की चेंज हो जाती, इधर ए डायरैक्शन है, इत्थे जाके ए डायरैक्शन है, इत्थे जाके ए डायरैक्शन है। एवरी टाइम वो जी मोशन की डायरैक्शन आ सर्कल दे विच चेंज होंदी पई है। सो वो मोशन नूं की बोलांगे नॉन यूनीफॉर्म। आइदर वो स्पीड कॉन्सटेंट है, आइदर वो स्पीड सेम है, इक्वल डिस्टेंस कवर करती पई इक्वल टाइम इंटरवल च, बट वो डायरैक्शन ऑफ मोशन चेंजिज आ। जेकर वो डायरैक्शन ऑफ मोशन सेम नहीं रहिंदी पई तां भी उन्होंने की बोलांगे असीं नॉन यूनीफॉर्म मोशन या फिर नॉन यूनीफॉर्म वेलोसिटी मोशन। ठीक है जी। एग्जाम्पल्स, द मोशन ऑफ ए फ्रीली फॉलिंग बॉडी is with variable velocity because although the direction of motion of body does not change but the speed continuously increases। ਜਦੋਂ ਬੋਡੀ ਸਿੱਧੀ ਡਿੱਗਦੀ ਹੁੰਦੀ ਨਾ ਥੱਲੇ ਨੂੰ ਫਰੀਲੀ ਫਾਲਿੰਗ ਆ ਬੋਡੀ, ਉਹਦੀ ਜਿਹੜੀ ਸਪੀਡ ਆ ਉਹ ਵੱਧਦੀ ਰਹਿੰਦੀ ਹੈ। ਉਹਦੀ ਸਪੀਡ ਜਦੋਂ ਅਸੀਂ ਹੱਥੋਂ ਛੱਡਿਆ ਬੋਡੀ ਨੂੰ ਉਦੋਂ ਤਾਂ ਜ਼ੀਰੋ ਸੀਗੀ ਉਹਦੀ ਸਪੀਡ, ਜਿੱਦਾਂ ਜਿੱਦਾਂ ਨੀਚੇ ਨੂੰ ਜਾਂਦੀ ਅਰਥ ਦੀ ਗ੍ਰੈਵਿਟੀ ਨਾਲ ਉਹਦੀ ਸਪੀਡ ਵੱਧਦੀ ਰਹਿੰਦੀ। ਇਹਦਾ ਮਤਲਬ ਉਹਦਾ ਮੋਸ਼ਨ ਕੀ ਆ, ਨੋਨ ਯੂਨੀਫਾਰਮ ਵੈਲੋਸਿਟੀ ਮੋਸ਼ਨ। ਸਿਮਿਲਰਲੀ the motion of a body in a circular path even with a uniform speed is with variable velocity। ਚਾਹੇ ਬੋਡੀ ਯੂਨੀਫਾਰਮ ਵੈਲੋਸਿਟੀ ਨਾਲ ਘੁੰਮਦੀ ਹੋਵੇ ਬੋਡੀ ਸਰਕਲ ਦੇ ਵਿੱਚ, ਬਟ ਉਹਦੀ ਵੈਲੋਸਿਟੀ ਕੀ ਹੁੰਦੀ ਆ, ਨੋਨ ਯੂਨੀਫਾਰਮ। ਕਿਉਂ ਹੁੰਦੀ ਆ? ਬਿਕੋਜ਼ in a circular motion the direction of motion of body continuously changes with time। ਇਹਦਾ direction of motion change ਹੋਈ ਜਾਂਦਾ ਐਵਰੀ ਪੁਆਇੰਟ ਤੇ, ਇਸ ਕਰਕੇ ਦਾ ਮੋਸ਼ਨ ਕੀ ਹੁੰਦਾ, ਨੋਨ ਯੂਨੀਫਾਰਮ ਵੈਲੋਸਿਟੀ। In fact, its velocity changes at a uniform rate at any instant. Its velocity is along the tangent to the circular path at that point। velocity is along the tangent। tangent ਹੁੰਦੀ ਆ velocity ਇਹਦੇ ਕਿੱਧਰ along ਹੁੰਦੀ ਆ, tangent ਦੇ along ਹੁੰਦੀ ਆ। shows the direction of velocity v at a different points a b c d of a circular path। In case of a body moving with non-uniform velocity, we specify the instantaneous velocity and average velocity। ਜੇਕਰ ਬੋਡੀ ਦੀ ਨੋਨ ਯੂਨੀਫਾਰਮ ਵੈਲੋਸਿਟੀ ਹੋਵੇ ਫਿਰ ਅਸੀਂ ਦੋ ਵੈਲੋਸਿਟੀਜ਼ ਲਈ ਵੀ ਟਰਮ ਯੂਜ਼ ਕਰਦੇ ਹਾਂ, ਇੰਸਟੈਂਟੇਨੀਅਸ ਵੈਲੋਸਿਟੀ ਐਂਡ ਐਵਰੇਜ ਵੈਲੋਸਿਟੀ। ਇੰਸਟੈਂਟੇਨੀਅਸ ਵੈਲੋਸਿਟੀ ਤਾਂ ਉਹੀ ਵੈਰੀ ਸ਼ੋਰਟ ਟਾਈਮ ਇੰਟਰਵਲ 'ਚ ਵਾ ਡਿਸਪਲੇਸਮੈਂਟ ਲੈਣੀ। ਫੋਰ ਬੋਡੀ ਮੂਵਿੰਗ ਵਿਦ ਦ ਵੇਰੀਏਬਲ ਵੈਲੋਸਿਟੀ ਦਾ ਵੈਲੋਸਿਟੀ ਆਫ ਬੋਡੀ ਐਟ ਐਨੀ ਇੰਸਟੈਂਟ ਇਜ਼ ਕਾਲਡ ਇਟਸ ਇੰਸਟੈਂਟੇਨੀਅਸ ਵੈਲੋਸਿਟੀ। ਕਿਸੇ ਪਰਟੀਕੂਲਰ ਇੰਸਟੈਂਟ ਆਫ ਟਾਈਮ 'ਤੇ ਉਹਦੀ ਵੈਲੋਸਿਟੀ ਕਿੰਨੀ ਹੈ ਬੋਡੀ ਦੀ, ਉਹਨੂੰ ਅਸੀਂ ਕੀ ਬੋਲਦੇ ਹਾਂ, ਇੰਸਟੈਂਟੇਨੀਅਸ ਵੈਲੋਸਿਟੀ। ਇਟ ਇਜ਼ ਮੇਜਰਡ ਬਾਈ ਫਾਈਂਡਿੰਗ ਦ ਰੇਸ਼ੋ ਆਫ distance travelled in a sufficiently time interval, small time interval। ਬਹੁਤ ਛੋਟੇ ਟਾਈਮ ਇੰਟਰਵਲ ਦੇ ਵਿੱਚ distance travelled to the time interval, ਟਾਈਮ ਇੰਟਰਵਲ ਨਾਲ ਡਿਵਾਈਡ ਕਰ ਦਾਂਗੇ। ਮਤਲਬ distance travelled in a sufficiently small time interval। ਉਹ ਟਾਈਮ ਇੰਟਰਵਲ ਹੀ ਵੈਰੀ ਸਮੋਲ ਟਾਈਮ ਇੰਟਰਵਲ ਆ, ਉਹਦੇ ਵਿੱਚ ਜਿਹੜੀ ਡਿਸਟੈਂਸ ਆ ਉਹਦੀ ਡਾਇਰੈਕਸ਼ਨ ਇੱਕੋ ਹੀ ਰਹਿਣੀ ਆ। ਉਹਦੀ ਡਾਇਰੈਕਸ਼ਨ ਕੀ ਰਹੇਗੀ, ਇੱਕੋ ਰਹੇਗੀ। ਜਿੱਦਾਂ ਮੰਨ ਲਓ ਬੋਡੀ ਇੱਦਾਂ ਵੀ ਮੂਵ ਕਰਦੀ ਪਈ ਹੈ, ਕਰਵ 'ਚ ਵੀ ਮੂਵ ਕਰਦੀ ਪਈ ਹੈ, ਜੇਕਰ ਉਹਦਾ ਜਿਹੜਾ ਇੰਨੇ ਕੁ ਟਾਈਮ ਇੰਟਰਵਲ ਦੀ ਗੱਲ ਕਰੀਏ, ਸਿਰਫ ਇੰਨੇ ਕੁ ਦੀ ਗੱਲ ਕਰੀਏ, ਉਸ ਸਮੇਂ ਤਾਂ ਉਹਦੀ ਡਿਸਟੈਂਸ ਸੇਮ ਹੀ ਆ ਨਾ। ਉਸ ਸਮੇਂ ਉਹਦੀ ਜਿਹੜੀ ਉਹ ਡਿਸਟੈਂਸ ਇੰਨੇ ਟਾਈਮ ਇੰਟਰਵਲ ਡੈਲਟਾ ਟੀ ਦੇ ਦੌਰਾਨ ਉਹਦੀ ਡਿਸਟੈਂਸ ਨਹੀਂ ਬਦਲਦੀ ਪਈ। ਸੋ ਇੰਸਟੈਂਟੇਨੀਅਸ ਵੈਲੋਸਿਟੀ ਕੀ ਆ, distance travelled in a very small time interval to the time interval। it is important to have time interval small enough so that the direction of motion does not change during this interval। ਕਹਿੰਦਾ ਟਾਈਮ ਇੰਟਰਵਲ ਇੰਨਾ ਛੋਟਾ ਲੈਣਾ ਵਾ ਤਾਂ ਜੋ ਡਾਇਰੈਕਸ਼ਨ ਆਫ ਮੋਸ਼ਨ ਡਿਊਰਿੰਗ ਦਿਸ ਇੰਟਰਵਲ ਚੇਂਜ ਨਾ ਹੋਵੇ। ਡਾਇਰੈਕਸ਼ਨ ਆਫ ਮੋਸ਼ਨ ਡਿਊਰਿੰਗ ਦਿਸ ਇੰਟਰਵਲ ਚੇਂਜ ਨਾ ਹੋਵੇ। ਸੋ ਇੱਕ ਗੱਲ ਤੁਸੀਂ ਖਿਆਲ 'ਚ ਰੱਖਣੀ ਹੈ ਵੀ ਇੰਸਟੈਂਟੇਨੀਅਸ ਵੈਲੋਸਿਟੀ ਅਤੇ ਇੰਸਟੈਂਟੇਨੀਅਸ ਸਪੀਡ ਅਪਰੋਕਸੀਮੇਟਲੀ ਸੇਮ ਹੀ ਹੁੰਦੀਆਂ, ਕਿਉਂਕਿ ਇਹਦੇ ਵਿੱਚ ਵੀ ਅਸੀਂ ਕੀ ਲਿਆ ਵਾ, ਡਿਸਟੈਂਸ ਟਰੈਵਲਡ ਇਨ ਏ ਸਫੀਸ਼ੈਂਟਲੀ ਸਮੋਲ ਟਾਈਮ ਇੰਟਰਵਲ ਟੂ ਦੀ ਟਾਈਮ ਇੰਟਰਵਲ। ਅਤੇ ਉਹ ਟਾਈਮ ਇੰਟਰਵਲ ਇੰਨਾ ਛੋਟਾ ਵਾ ਕਿ ਉਹਦੇ ਦੌਰਾਨ ਜਿਹੜੀ ਹੈ ਡਾਇਰੈਕਸ਼ਨ ਆਫ ਮੋਸ਼ਨ ਚੇਂਜ ਨਹੀਂ ਹੁੰਦੀ। ਜਿੱਦਾਂ ਇਹਦੇ ਵਿੱਚ ਇੱਥੋਂ ਲੈ ਕੇ ਇੱਥੋਂ ਤੱਕ ਦਾ ਜਿਹੜਾ ਟਾਈਮ ਆ, ਇਹਦੇ ਦੌਰਾਨ ਡਾਇਰੈਕਸ਼ਨ ਆਫ ਮੋਸ਼ਨ ਇੱਕੋ ਹੀ ਦਿਸ਼ਾ ਰਹਿੰਦੀ ਪਈ ਆ, ਇਹੀ ਦਿਸ਼ਾ ਰਹਿੰਦੀ ਪਈ ਆ। ਇਹਦਾ ਮਤਲਬ ਜਿਹੜੀ ਆ ਇੰਸਟੈਂਟੇਨੀਅਸ ਵੈਲੋਸਿਟੀ ਅਤੇ ਇੰਸਟੈਂਟੇਨੀਅਸ ਸਪੀਡ ਜਿਹੜੇ ਆ ਲਗਭਗ ਇਕੁਅਲ ਹੀ ਹੁੰਦੇ ਆ। ਠੀਕ ਹੈ ਜੀ। ਚੇਂਜ ਡਿਊਰਿੰਗ ਦੀ ਟਾਈਮ ਇੰਟਰਵਲ ਦੇ ਦੌਰਾਨ ਉਹਦਾ ਜਿਹੜੀ ਡਾਇਰੈਕਸ਼ਨ ਆਫ ਮੋਸ਼ਨ ਚੇਂਜ ਨਾ ਹੋਵੇ। ਦੈਨ ਐਵਰੇਜ ਵੈਲੋਸਿਟੀ, ਟੋਟਲ ਡਿਸਪਲੇਸਮੈਂਟ ਅਪੋਨ ਟੋਟਲ ਟਾਈਮ ਟੇਕਨ। if the velocity of the body moving in a particular direction changes with time, the ratio of displacement to the time taken in entire journey is called average velocity। ਜੇਕਰ ਕਹਿੰਦਾ ਵੈਲੋਸਿਟੀ ਚੇਂਜ ਹੁੰਦੀ ਪਈ ਆ ਪਰਟੀਕੂਲਰ ਡਾਇਰੈਕਸ਼ਨ 'ਚ ਬੋਡੀ ਦੀ, ਫਿਰ ਅਸੀਂ ਐਵਰੇਜ ਵੈਲੋਸਿਟੀ ਕਿੱਦਾਂ ਕੱਢਾਂਗੇ, ਟੋਟਲ ਡਿਸਪਲੇਸਮੈਂਟ ਅਪੋਨ ਟੋਟਲ ਟਾਈਮ ਟੇਕਨ। ਡਿਸਟਿੰਕਸ਼ਨ ਬਿਟਵੀਨ ਸਪੀਡ ਐਂਡ ਵੈਲੋਸਿਟੀ। ਹੁਣ ਸਪੀਡ ਅਤੇ ਵੈਲੋਸਿਟੀ 'ਚ ਕੀ ਫਰਕ ਹੈ ਉਹ ਦੇਖਾਂਗੇ। ਸਪੀਡ ਇਜ਼ ਸਕੇਲਰ, velocity is vector। speed of body at a given time tells us how fast the body is moving at that time। the same information is also obtained by its velocity, but the velocity also tells direction in which the body is moving। for the motion in a straight line, the magnitude of velocity is its speed। the magnitude of a velocity is its speed। ਜੇ ਬੋਡੀ ਸਟ੍ਰੇਟ ਲਾਈਨ 'ਚ ਮੂਵ ਕਰਦੀ ਹੈ ਨਾ, ਅਤੇ ਵੈਲੋਸਿਟੀ ਦਾ ਜੋ ਮੈਗਨੀਟਿਊਡ ਹੈ ਉਹ ਕਿਹਦੇ ਇਕੁਅਲ ਹੁੰਦਾ, ਸਪੀਡ ਦੇ ਇਕੁਅਲ ਹੁੰਦਾ। the speed is always positive but velocity is given positive or negative sign depending upon its direction of motion। ਕਿਉਂਕਿ ਵੈਲੋਸਿਟੀ 'ਚ ਨਾ ਅਸੀਂ ਇੱਕ ਡਾਇਰੈਕਸ਼ਨ ਨੂੰ ਪੋਜ਼ੀਟਿਵ ਲੈ ਲੈਣਾ, ਇੱਕ ਡਾਇਰੈਕਸ਼ਨ ਨੂੰ ਨੈਗੇਟਿਵ ਲੈ ਲੈਣਾ, ਜਿੱਦਾਂ ਜ਼ੀਰੋ ਤੋਂ। ਅਤੇ ਹੁਣ ਜੇ ਬੋਡੀ ਇੱਧਰ ਨੂੰ ਮੂਵ ਕਰਦੀ ਫਿਰ ਵੈਲੋਸਿਟੀ ਪੋਜ਼ੀਟਿਵ, ਜੇ ਇੱਧਰ ਨੂੰ ਮੂਵ ਕਰ ਗਈ ਫਿਰ ਵੈਲੋਸਿਟੀ ਨੈਗੇਟਿਵ। ਠੀਕ ਹੈ ਜੀ। the average velocity of the body can be 0
ਈਵਨ ਇਫ ਦਾ ਐਵਰੇਜ ਸਪੀਡ ਇਜ਼ ਨੋਟ ਜ਼ੀਰੋ। ਕਹਿੰਦਾ ਵੀ ਆ ਬੋਡੀ ਸਰਕਲ 'ਚ ਘੁੰਮਦੀ ਸੀ, ਇਹਦੀ ਐਵਰੇਜ ਸਪੀਡ ਤਾਂ ਨਹੀਂ ਜ਼ੀਰੋ, ਕਿਉਂਕਿ ਸਰਕਲ 'ਚ ਘੁੰਮੂਗੀ, ਸਰਕਮਫੈਰੈਂਸ ਉਹਨੇ ਤੈਅ ਕੀਤਾ, डिस्टेंस डिवाइडेड बाय टाइम। बट एवरेज वेलोसिटी इस वेले जो बॉडी सर्कल च घूम गई, इत्थों शुरू की इत्थे पहुँच गई, उस वेले उसकी एवरेज वेलोसिटी कितनी है? जीरो है। ठीक है जी। सो एवरेज वेलोसिटी उसकी बॉडी कैन बी जीरो ईवन इफ द एवरेज स्पीड इज़ नॉट जीरो। सो आप डिफरेंस करना हुण स्पीड ते वेलोसिटी का एक बार रीड करना तुसीं। डिस्टेंस ट्रैवल पर सैकेंड नूं असीं स्पीड कहने आ, डिस्टेंस ट्रैवल पर सैकेंड बाय ऑब्जेक्ट इन ए पर्टिकुलर डायरैक्शन नूं वेलोसिटी कहने आ, डिसप्लेसमेंट बाय टाइम नूं वेलोसिटी कहने आ। स्केलर क्वांटिटी है, वैक्टर क्वांटिटी है, ये पॉजिटिव ही हुंदी है हमेशा, ये पॉजिटिव और नैगेटिव भी हो सकती है। आफ्टर वन राउंड इन ए सर्कुलर पाथ एवरेज स्पीड इज़ नॉट जीरो बट सर्कुलर पाथ एवरेज वेलोसिटी जीरो होती है। एग्जाम्पल्स इहदियां की है? इफ ए बॉडी स्टार्ट्स इट्स मोशन फ्रॉम ए पॉइंट and comes back to the same point after a certain time, displacement is zero, so the average velocity is also zero but the total distance traveled is not zero, so its average speed is not zero। जे बॉडी इत्थों तुरे आ, स्कूल तो होम गए, सॉरी होम टू स्कूल गए, फिर स्कूल टू होम आ गए, तो साडी डिस्टेंस एस ही गए, एस आए, 2s/t ये की है एवरेज स्पीड, बट साडी एवरेज वेलोसिटी कितनी है? डिसप्लेसमेंट इज़ जीरो, सो 0/t इज़ जीरो साडी एवरेज वेलोसिटी है। If the body moves in a circular path and covers equal distances in equal intervals of time, the speed is uniform, but due to continuous change in its direction of motion, its velocity is variable. Circular path, the instantaneous velocity and instantaneous speed are not zero. Instantaneous velocity, our line तुसी note करनी है, instantaneous velocity and instantaneous speed आर नोट जीरो इन ए सर्कुलर पाथ। सर्कुलर पाथ च जे बॉडी यूनीफॉर्म स्पीड इक्को जी स्पीड नाल सर्कुलर पाथ च घूमती पई है, वो यूनीफॉर्म स्पीड है बट यूनीफॉर्म वेलोसिटी नहीं है, वो एवरेज वेलोसिटी जीरो है बट एवरेज स्पीड जीरो नहीं है, बट वो इंस्टंटेनियस वेलोसिटी तो इंस्टंटेनियस स्पीड भी जीरो नहीं है। द डिसप्लेसमेंट फॉर वन राउंड इज़ जीरो एंड देयर फॉर द एवरेज वेलोसिटी इज़ ऑल्सो जीरो बट एवरेज स्पीड इज़ 2πr/t if r is the radius of the path and t is the time taken in one round। so ਜਦੋਂ ਬੋਡੀ ਸਰਕੂਲਰ ਪਾਥ 'ਚ ਘੁੰਮੇਗੀ ਉਹਦੀ ਐਵਰੇਜ ਸਪੀਡ ਕਿਹਦੇ ਇਕੁਅਲ ਆ? 2πr/t, ਤੇ ਉਹਦੀ ਇੰਸਟੈਂਟੇਨੀਅਸ ਸਪੀਡ ਵੀ ਇਹਦੇ ਇਕੁਅਲ ਹੀ ਆ, 2πr/t ਦੇ ਇਕੁਅਲ ਆ। ਜੇਕਰ ਉਹਦੀ ਯੂਨੀਫਾਰਮ ਸਪੀਡ ਹੈ ਨਾ ਬੋਡੀ ਦੀ, ਫਿਰ ਉਹਦੀ ਇੰਸਟੈਂਟੇਨੀਅਸ ਸਪੀਡ ਵੀ ਇਹਦੇ ਇਕੁਅਲ ਹੀ ਆ, ਤੇ ਉਹਦੀ ਇੰਸਟੈਂਟੇਨੀਅਸ ਵੈਲੋਸਿਟੀ ਵੀ ਇਸ ਰਕਮ ਦੇ ਇਕੁਅਲ ਆ। ਸੋ ਸਰਕੂਲਰ ਪਾਥ ਦੇ ਵਿੱਚ ਇੰਸਟੈਂਟੇਨੀਅਸ ਵੈਲੋਸਿਟੀ ਇਜ਼ ਇਕੁਅਲ ਟੂ ਇੰਸਟੈਂਟੇਨੀਅਸ ਸਪੀਡ ਜੇਕਰ ਬੋਡੀ ਦੀ ਸਪੀਡ ਕੌਨਸਟੈਂਟ ਆ, ਤੇ ਇੰਸਟੈਂਟੇਨੀਅਸ ਵੈਲੋਸਿਟੀ ਜਿਹੜੀ ਜ਼ੀਰੋ ਨਹੀਂ ਹੈ ਬਟ ਐਵਰੇਜ ਵੈਲੋਸਿਟੀ ਇਜ਼ ਜ਼ੀਰੋ ਐਂਡ ਐਵਰੇਜ ਸਪੀਡ ਜਿਹੜੀ ਆ ਉਹ ਵੀ ਨੋਨ ਜ਼ੀਰੋ ਆ। ਉਹ ਕਿਹਦੇ ਇਕੁਅਲ ਆ? ਐਵਰੇਜ ਸਪੀਡ ਇਜ਼ ਇਕੁਅਲ ਟੂ ਦੀ instantaneous speed, average speed is equal to the instantaneous speed is equal to the instantaneous velocity that is equal to the 2πr/t, but average velocity is zero in the uniform speed circular motion and variable velocity motion ਇਹਨੂੰ ਕਵਾਂਗੇ। ਸੋ ਇਸ ਵੀਡੀਓ ਨੂੰ 2 ਤੋਂ 3 ਵਾਰੀ ਰਿਪੀਟ ਕਰੋ ਆਪਣੇ ਕਨਸੈਪਟਸ ਨੂੰ ਕਲੀਅਰ ਕਰਨ ਲਈ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।